ਇਹਨੇ ਲਾਈਵ ਹੋ ਕੇ ਗੱਲ ਬੋਲੀ ਹੈ ਕਿ ਹਾਂ ਮੈਂ ਉੱਥੇ ਸੈਕਸ ਕੀਤਾ ਆ ਗੁਰਦੁਆਰੇ ਸਾਹਿਬ ਦੇ ਵਿੱਚ। ਉਹ ਕਲਿੱਪ ਆ, ਉਹ ਜਦੋਂ ਇਹ ਬੋਲਦੀ ਹੈ ਕਿ ਹਾਂ ਮੈਂ ਕੀਤਾ, ਜੋ ਕਰਨਾ ਮੈਂ ਕੀਤਾ, ਮੈਂ ਸੈਕਸ ਵਰਕਰ ਆ, ਆਪ ਹੀ ਬੋਲੀ ਜਾਂਦੀ ਆ। ਤੇ ਉਹ ਨਿਹੰਗਾ ਕਿ ਮੇਰੇ ਤੇ ਇਲਜ਼ਾਮ ਲਗਾਏ ਗਏ। ਵੇਖੋ ਪੋਸਟਲ ਅੰਕਰ ਨੂਲਾ ਜੀ ਨੇ ਲਾਏ ਹੋਣ ਜਾਂ ਉਹਨਾਂ ਦੇ ਕਿਸੇ ਅਨੁਯਾਈ ਨਾਲ, ਤੇ ਗੱਲ ਬਣਦੀ ਆ। ਇਹ ਜੀਨੀਆ ਪਿੱਲੇ ਕੋਈ ਹੋਰ ਹੈਗਾ, ਉਹਦਾ ਹਸਬੈਂਡ ਉਹਦਾ ਨਾਂ ਲੈਂਦੀ ਆ, ਉਹ ਉਹਨਾਂ ਦਾ ਦੂਰ ਦਾ ਵਾਸਤਾ ਹੈ ਨਹੀਂ ਆ। ਪੋਸਟਲ ਅੰਕਰ ਨੂਲਾ ਉਹ ਲੁਧਿਆਣੇ ਦੇ ਨੇ, ਦੇ ਵਿੱਚ ਇੱਕ ਜੌਨ ਅਬਰਾਹਮ ਦੇ ਨਾਂ ਆਇਆ ਸੀਗਾ, ਉਹਦੀ ਵੀਡੀਓ ਵੀ ਮੌਜੂਦ ਆ। ਇਹਨਾਂ ਨੇ ਮਤਲਬ ਇਕੱਠੇ ਸੀਗੇ ਪਹਿਲਾਂ, ਹੁਣ ਤਾਂ ਮੈਂ ਸੁਣ ਰਿਹਾ ਸੀ ਚੈਨਲ 'ਚ, ਪਰਸੋਂ ਇੱਕ ਚੈਨਲ 'ਚ ਲਾਈਵ ਹੋ ਕੇ ਉਹ ਜੌਨ ਅਬਰਾਹਮ ਜੀ ਬੋਲਦੇ ਸੀ ਕਿ ਮੇਰਾ ਇਹ ਬੀਬੀ ਨਾਲ ਕੋਈ ਤਾਲੁਕ ਨਹੀਂ। ਪਹਿਲਾਂ ਇਹ ਬਿਲਕੁਲ ਇਕੱਠੇ ਸੀਗੇ, ਉਹ ਵੀ ਬੋਲਦਾ ਸੀ ਪੋਸਟਲ ਅੰਕਰ ਨੂਲਾ ਜੀ ਦੇ ਖਿਲਾਫ ਤੇ ਇਹ ਵੀ ਬੋਲਦੀ ਸੀਗੀ। ਇਹਨਾਂ ਨੇ ਆਪਣਾ ਤਾਲਮੇਲ ਬਣਾਇਆ, ਇਹ ਵੀ ਯੂਟਿਊਬਰ ਉਹ ਵੀ ਉੱਦਾਂ, ਇਹ ਸਿੱਖ ਆ ਉਹ ਈਸਾਈ ਆ। ਫਿਰ ਇਹ ਦੋਵੇਂ ਟਿਊਬਰ ਇਹ ਆਪਣੇ ਲਾਈਕਸ ਵਧਾਉਣ ਵਾਸਤੇ, ਆਪਣੇ ਵਿਊ ਵਧਾਉਣ ਦੇ ਲਈ ਵੀ ਉੱਥੋਂ ਮੈਨੂੰ ਪੈਸਾ ਆਏਗਾ, ਇਹ ਹਮੇਸ਼ਾ ਇਹਨੇ ਪੋਸਟਲ ਅੰਕਰ ਨੂਲਾ ਦੇ ਖਿਲਾਫ ਵੱਖ ਪਾਸਟਰਾਂ ਦੇ ਖਿਲਾਫ ਬੋਲਿਆ, ਪਰ ਉਹ ਇਹਦੀ ਦਾਲ ਗਲੀ ਨਹੀਂ, ਉੱਥੇ ਇਹਨੂੰ ਪੈਸਾ ਨਹੀਂ ਆਇਆ। ਪਹਿਲੇ 4-5 ਸਾਲ ਤੋਂ ਅਸੀਂ ਸੁਣਦੇ ਰਹੇ ਹਾਂ। ਵਨੀਤ ਕੌਰ ਨਾਂ ਉਹਨਾਂ ਦਾ, ਜਿਸ ਢੰਗ ਦੇ ਨਾਲ ਪੋਸਟਲ ਜੀ ਤੇ ਵੱਖ ਢੰਗ ਦੇ ਨਾਲ ਇਲਜ਼ਾਮ ਲਾਉਂਦੀ ਆ, ਉਹਦਾ ਇੱਕੋ ਇੱਕ ਮੋਟਿਵ ਆ ਕਿ ਉਹ ਇੱਕ ਬਲੈਕਮੇਲਰ ਆ, ਔਰ ਉਹਦਾ ਮਤਲਬ ਹੈ ਕਿ ਮੈਨੂੰ ਇੱਥੋਂ ਪੈਸੇ ਮਿਲ ਜਾਣ ਤੇ ਫਿਰ ਮੈਂ ਜਿਹੜਾ ਆਪਣਾ ਮੂੰਹ ਬੰਦ ਕਰਾਂ। 42 दिन ਦੀ ਜੇਲ੍ਹ ਇਸ ਬੰਦੇ ਨੇ ਬਿਨਾਂ ਵਜ੍ਹਾ ਮੇਰੇ ਤੋਂ ਕਟਵਾਈ। ਅਜੇ ਤੱਕ ਮੈਂ ਜੇਲ੍ਹ ਵਾਪਸੀ ਕਰਨ ਤੋਂ ਬਾਅਦ ਤੱਕ ਮੇਰੀ ਫੈਮਿਲੀ ਦੇ ਪਿੱਛੇ ਹਟ ਗਈ, ਕਿਉਂਕਿ ਬਾਬਾ ਅੰਕੁਰ ਨਿਰੂਲਾ ਦੇਖਣ ਨੂੰ ਬਹੁਤ ਵੱਡੀ ਹਸਤੀ ਆ ਤੇ ਲੋਕੀ ਉਹਦੇ ਤੋਂ ਡਰਦੇ ਆ। ਉਹ ਜਦੋਂ ਉਹਨਾਂ ਚੀਜ਼ਾਂ ਦਾ ਮਤਲਬ ਲੋਕਾਂ ਨੂੰ ਦੱਸਦੇ ਤੇ ਉਹਨਾਂ ਚੀਜ਼ਾਂ ਨੂੰ ਤੋੜ ਮਰੋੜ ਕੇ ਇਹ ਬੀਬੀ ਜਿਹੜੀ ਹੈ ਬਲੈਕਮੇਲ ਕਰ ਰਹੀ ਆ। ਇਹ ਲਗਭਗ 4-5 ਸਾਲ ਤੋਂ ਲੱਗੇ ਹੋਏ ਸੀ, ਇਹਨਾਂ ਦਾ ਬੜਾ ਵੱਡਾ ਇੱਕ ਟੋਲਾ ਗੈਂਗ ਆ। ਇਹਦੇ ਵਿੱਚ 25,000 50,000 1 ਲੱਖ 2 ਲੱਖ ਦੀ ਮੂੰਹ ਨਾ ਮੰਗ ਕੇ ਭੀਖ ਮੰਗਦਾ ਸੀ। ਉਹ ਚੀਕਾਂ ਹੀ ਮਾਰੀ ਜਾਂਦੀ ਹੈ, ਬਹੁਤਾ ਚੀਕਿਆਂ ਚਿল্ਲਾਇਆਂ ਆਪਾਂ ਸੱਚੇ ਸਾਬਤ ਨਹੀਂ ਹੋ ਸਕਦੇ ਕਿ ਪੋਸਟਲ ਅੰਕਰ ਨੂਲਾ ਜੀ ਅੱਜ ਪੂਰੇ ਵਰਲਡ ਦੇ ਵਿੱਚ ਇੱਕ ਸਨਮਾਨਿਤ ਹਸਤੀ ਨੇ, ਔਰ ਉਹ ਤਾਂ ਕਦੀ ਇਹਨਾਂ ਨੂੰ ਮਿਲੇ ਵੀ ਨਹੀਂ। ਇਹ ਨਹੀਂ ਪਤਾ ਕਿ ਮੈਂ ਕਿਸ ਢੰਗ ਨਾਲ ਬੋਲਣਾ। ਮੈਂ ਇੱਕ ਔਰਤ ਜਾਤ, ਸਿਰਫ ਉਹ ਇੱਕ ਔਰਤ ਹੋਣ ਦਾ ਨਜਾਇਜ਼ ਫਾਇਦਾ ਚੁੱਕਦੀ ਪਈ ਆ, ਔਰ ਉਹ ਇੰਪੈਕਟ ਪਿਆ ਵਾ, ਫੈਮਿਲੀ ਨੇ ਇਹਨੂੰ ਛੱਡਿਆ ਵਾ। ਉਹਦੀ ਵਜ੍ਹਾ ਪਾਸਟਰ ਅੰਕਰ ਨੂਲਾ ਨਹੀਂ ਆ, ਇਹਦੀ ਖੁਦ ਦੀ ਜ਼ਬਾਨ ਆ। ਇਹ ਜ਼ਬਾਨ ਹੀ ਇਹਨੇ ਇੰਨੀ ਕੁ ਆਵਾਜ਼ ਛੱਡੀ ਆ, ਅੱਜ ਵੀ ਵਾਹੀ ਜਾਂਦੀ ਆ, ਵੀ ਜਿਹਦੇ ਕਰਕੇ ਇਹਦੇ ਪਰਿਵਾਰ ਇਹਦੇ ਪਿੱਛੇ ਨਹੀਂ ਹੈ। ਇਹਦੇ ਪਿੱਛੇ ਕੁਛ ਇਹੋ ਜਿਹੀਆਂ ਤਾਕਤਾਂ ਨੇ ਜੋ ਚਾਹੁੰਦੀਆਂ ਨੇ ਕਿ ਮਸੀਹ ਧਰਮ ਨੂੰ ਬਦਨਾਮ ਕੀਤਾ ਜਾਵੇ, ਮਸੀਹ ਧਰਮ ਨੂੰ ਜੋ ਪ੍ਰਚਾਰ ਕਰ ਰਹੇ ਉਹਨਾਂ ਪ੍ਰਚਾਰਕਾਂ ਨੂੰ ਬਦਨਾਮ ਕੀਤਾ ਜਾਵੇ। ਸਾਨੂੰ ਉਹਨਾਂ ਦਾ ਪਤਾ ਵਾ, ਮੈਂ ਕੈਮਰੇ 'ਤੇ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਪਰ ਉਹ ਮੈਨੂੰ ਸੁਣਦੇ ਆ, ਮੈਨੂੰ ਪਤਾ ਵਾ ਵੀ ਉਹਨਾਂ ਨੂੰ ਵੀ ਪਤਾ ਵਾ ਵੀ ਇਹ ਕੌਣ ਕਰ ਰਹੇ ਆ। ਪਿਛਲੇ ਦਿਨੀ ਜਲੰਧਰ ਵਿਖੇ ਅੰਕੁਰ ਮਿਨਿਸਟਰੀ ਦੇ ਮੁਖੀ ਅੰਕੁਰ ਨਿਰੂਲਾ ਜੀ ਉੱਤੇ ਇੱਕ ਔਰਤ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ, ਜਿਸ ਦੇ ਵਿੱਚ ਉਸ ਔਰਤ ਦੁਆਰਾ ਕਿਹਾ ਗਿਆ ਹੈ ਕਿ ਇਹਨਾਂ ਦੁਆਰਾ ਬੇਦਬੀ ਕੀਤੀ ਜਾਂਦੀ ਹੈ, ਅਤੇ ਜਦ ਇਹਨਾਂ ਦੀ ਚਰਚ ਦੇ ਵਿੱਚ ਪ੍ਰਚਾਰ ਕੀਤਾ ਜਾਂਦਾ ਹੈ ਤਾਂ ਇਹਨਾਂ ਦੁਆਰਾ ਸੰਗਤ ਵੱਲੋਂ ਪੈਸਿਆਂ ਦੀ ਮੰਗ ਵੀ ਕੀਤੀ ਜਾਂਦੀ ਹੈ। ਸਾਡੇ ਨਾਲ ਕ੍ਰਿਸਚਨ ਭਾਈਚਾਰੇ ਦੇ ਸੂਬਾ ਆਗੂ ਬਲੈਕ ਮਸੀਹ ਬੰਟੀ ਅਜਨਾਲਾ ਜੀ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਬੰਟੀ ਜੀ, ਕੀ ਹੈ ਸਾਰਾ ਮਾਮਲਾ ਜੀ? ਉਸ ਔਰਤ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾਂਦੇ, ਕੀ ਹੈ ਸਾਰਾ ਮਾਮਲਾ? ਦੇਖੋ ਇਹ ਇੱਕ ਜਲੰਧਰ ਤੋਂ ਇੱਕ ਬੀਬੀ ਆ, ਬੀਬਾ ਵਨੀਤ ਕੌਰ ਨਾਂ ਉਹਨਾਂ ਦਾ, ਔਰ ਉਹ ਜਿਸ ਢੰਗ ਦੇ ਨਾਲ ਪੋਸਟਲ ਜੀ ਤੇ ਵੱਖ ਢੰਗ ਦੇ ਨਾਲ ਇਲਜ਼ਾਮ ਲਾਉਂਦੀ ਆ, ਉਹਦਾ ਇੱਕੋ ਇੱਕ ਮੋਟਿਵ ਆ ਕਿ ਉਹ ਇੱਕ ਬਲੈਕਮੇਲਰ ਆ, ਔਰ ਉਹਦਾ ਮਤਲਬ ਹੈ ਕਿ ਮੈਨੂੰ ਇੱਥੋਂ ਪੈਸੇ ਮਿਲ ਜਾਣ ਤੇ ਫਿਰ ਮੈਂ ਜਿਹੜਾ ਆਪਣਾ ਮੂੰਹ ਬੰਦ ਕਰਾਂ। ਲਗਭਗ ਪਿਛਲੇ 4-5 ਸਾਲ ਤੋਂ ਇਹ ਬੀਬਾ ਜਿਹੜੀ ਆ ਪੋਸਟਲ ਅੰਕਰ ਨੂਲਾ ਜੀ ਦੇ ਖਿਲਾਫ ਔਰ ਵੱਖ ਹੋਰ ਚਰਚਾਂ ਦੇ ਖਿਲਾਫ ਬੋਲਦੀ ਆ, ਜੋ ਕਿ ਇਹਦਾ ਬਣਦਾ ਹੀ ਨਹੀਂ ਆ। ਕਿਉਂ ਨਹੀਂ ਬਣਦਾ? ਕਿਉਂਕਿ ਇਹ ਬੀਬਾ ਜਿਹੜੀ ਆ ਇਹ ਕਿਸੇ ਵੀ ਚਰਚ ਵਿੱਚ ਨਹੀਂ ਆ, ਨਾ ਇਹ ਕ੍ਰਿਸਚਨ ਆ। ਇਹਦਾ ਤਾਂ ਮਤਲਬ ਬਣਦਾ ਹੀ ਨਹੀਂ ਆ ਕਿ ਕ੍ਰਿਸਚਨ ਧਾਰਮਿਕ ਆਗੂ ਜਿਹੜੇ ਆ ਉਹ ਕੋਈ ਪ੍ਰਚਾਰ ਕਰ ਰਹੇ ਹੋ ਤੇ ਟੀਕਾ ਟਿੱਪਣੀ ਕਰਦੀ ਤਾਂ ਆ ਕਿਉਂਕਿ ਇਹਨੇ ਬਾਈਬਲ ਨੂੰ ਪੜ੍ਹਿਆ ਵਾ, ਬਾਈਬਲ ਸਟੱਡੀ ਕਰਦੀ ਆ। ਔਰ ਮੈਂ ਦੱਸਣਾ ਚਾਹੁੰਦਾ ਵਾਂ ਕਿ ਬਾਈਬਲ ਪੜ੍ਹਨਾ ਹੀ ਉਹਦੇ ਨਾਲ ਹੀ ਤੁਹਾਨੂੰ ਗਿਆਨ ਨਹੀਂ ਆਉਂਦਾ। ਹਰ ਬਾਈਬਲ ਦੇ ਵਿੱਚ ਦਿੱਤੇ ਪਾਠ ਦੀਆਂ ਜੋ ਉਹਦੇ ਵਿੱਚ ਆਇਤਾਂ ਨੇ, ਜੋ ਉਹਦੇ 'ਚ ਵਰਸ ਲਿਖੀਆਂ ਹੋਈਆਂ ਵਾ, ਉਹਨਾਂ ਦੇ ਬੜੇ ਡੂੰਘੇ ਮਤਲਬ ਨੇ। ਔਰ ਜਦੋਂ ਜਿਹੜੇ ਡੂੰਘੇ ਮਤਲਬ ਨੇ ਪੋਸਟਲ ਅੰਕਰ ਨੂਲਾ ਜੀ ਜਾਂ ਦੂਸਰੇ ਜਿਹੜੇ ਸਾਡੇ ਰੱਬ ਦੇ ਦਾਸ ਨੇ, ਉਹਦੇ ਬਾਰੇ ਡੂੰਘਾਈ ਨਾਲ ਗਿਆਨ ਦਿੰਦੇ ਆ, ਅਤੇ ਉਹ ਜਦੋਂ ਉਹਨਾਂ ਚੀਜ਼ਾਂ ਦਾ ਮਤਲਬ ਲੋਕਾਂ ਨੂੰ ਦੱਸਦੇ ਤੇ ਉਹਨਾਂ ਚੀਜ਼ਾਂ ਨੂੰ ਤੋੜ ਮਰੋੜ ਕੇ ਇਹ ਬੀਬੀ ਜਿਹੜੀ ਹੈ ਬਲੈਕਮੇਲ ਕਰ ਰਹੀ ਆ। ਇਹ ਲਗਭਗ 4-5 ਸਾਲ ਤੋਂ ਲੱਗੇ ਹੋਏ ਸੀ, ਇਹਨਾਂ ਦਾ ਬੜਾ ਵੱਡਾ ਇੱਕ ਟੋਲਾ ਗੈਂਗ ਆ, ਜਿਹੜਾ ਵੱਖ ਤਰ੍ਹਾਂ ਦੇ ਜਿਹੜੇ ਵੱਡੇ ਲੋਕਾਂ ਨੂੰ ਉਹਨਾਂ ਦੇ ਬਿਆਨਾਂ 'ਤੇ ਉਹਨਾਂ ਦੀਆਂ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਉਹਨਾਂ ਨੂੰ
ਉਹਨਾਂ ਦੀ ਜਿਹੜੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ, ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦੇ ਆ। ਬੰਟੀ ਜੀ, ਤੁਸੀਂ ਕਿਹਾ ਕਿ ਇਹ ਪੈਸੇ ਦੀ ਮੰਗ ਕਰਦੀ ਹੈ, ਬਲੈਕਮੇਲ ਕਰਦੀ ਹੈ, ਕੋਈ ਤੁਹਾਨੂੰ ਕੋਈ ਮੈਸੇਜ ਮਿਲਿਆ ਇਸ ਔਰਤ ਦਾ ਕਿ ਪੈਸੇ ਦੀ ਤੁਹਾਡੇ ਕੋਲੋਂ ਮੰਗ ਕੀਤੀ ਗਈ ਹੋਵੇ? ਔਰ ਇੱਕ ਬੜਾ ਵੱਡਾ ਇਲਜ਼ਾਮ ਲਗਾਉਂਦੀ ਆ, ਉਹ ਕਹਿੰਦੀ ਆ ਕਿ ਜਿਹੜੇ ਅੰਕੁਰ ਜੀ ਨੇ ਉਹਨਾਂ ਦੁਆਰਾ ਕਿਹਾ ਜਾਂਦਾ ਹੈ ਕਿ ਜੇਕਰ ਇੱਕ ਬਾਈਬਲ ਨੂੰ ਪਾੜ ਦਿੱਤਾ ਜਾਵੇ ਤਾਂ ਹੋਰ ਬਾਈਬਲਾਂ ਜਿਹੜੀਆਂ ਨੇ ਉਹ ਵੀ ਛਪ ਸਕਦੀਆਂ ਨੇ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ 'ਤੇ? ਦੇਖੋ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਾਂ ਵੀ ਜਿਹੜੇ ਸ਼ਬਦ ਕੀ ਕਰਦੀ ਹੈ, ਤੋੜ ਮਰੋੜ ਕੇ ਪੇਸ਼ ਕਰਦੀ ਹੈ। ਜਿਹੜੀ ਅਪੋਸਟਲ ਅੰਕੁਰ ਨੂਲਾ ਜੀ ਨੇ ਗੱਲ ਨਹੀਂ ਕੀਤੀ ਕਿ ਬਾਈਬਲ ਪਾੜ ਦਿੱਤੀ ਜਾਵੇ, ਅਤੇ ਉਹਨਾਂ ਦਾ ਕਹਿਣ ਦਾ ਇੱਕ ਇਹ ਸੀਗਾ ਰੀਜ਼ਨ ਵੀ ਜਿਹੜੀ ਬਾਈਬਲ ਇੱਕ ਪਾੜ ਜਾਣੀ, ਬਾਈਬਲ ਫਾੜ ਦੇਣੀ, ਉਹਦੇ ਨਾਲ ਹੀ ਬੇਅਦਬੀ ਨਹੀਂ ਹੁੰਦੀ। ਬਾਈਬਲ ਫਟ ਗਈ ਆ ਅਤੇ ਉਹ ਫਿਰ ਬਣ ਕੇ ਆ ਸਕਦੀਆਂ ਨੇ, ਉਹਦੀਆਂ ਫਿਰ ਕਾਪੀਆਂ ਛਪ ਸਕਦੀਆਂ। ਉਹਨਾਂ ਨੇ ਨਹੀਂ ਕਿਹਾ ਤੁਸੀਂ ਪਾੜ ਦਿਓ, ਪਰ ਇਹ ਕੀ ਚੀਜ਼ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੀ ਆ। ਉਹ ਕਹਿੰਦੇ ਕਿ ਬਾਈਬਲ ਫਟ ਜਾਵੇ, ਜੋ ਸਾਡੇ ਇੱਕ ਸਪਿਰਚੁਅਲੀ ਚੀਜ਼ਾਂ ਨੇ ਉਹਦੇ ਬਾਰੇ ਗੱਲ ਕਰ ਰਹੇ ਸੀਗੇ ਕਿ ਜੋ ਤੁਸੀਂ ਉਹਦੇ ਅੰਦਰ ਲਿਖਿਆ ਵਾ ਤੁਸੀਂ ਉਹ ਨਹੀਂ ਮੰਨਦੇ, ਤਾਂ ਇਹਦੀ ਜ਼ਿਆਦਾ ਵੱਡੀ ਬੇਅਦਬੀ ਹੈ ਕਿ ਤੁਸੀਂ ਗੁਨਾਹ ਕਰਦੇ ਹੋ, ਤੁਸੀਂ ਬਪਤਿਸਮਾ ਲੈ ਕੇ ਤੁਸੀਂ ਪਾਪ ਕਰਦੇ ਹੋ, ਲੋਕਾਂ ਦਾ ਵਿਰੋਧ ਕਰਦੇ ਹੋ, ਲੋਕਾਂ ਦੇ ਖਿਲਾਫ ਗੱਲਾਂ ਬੋਲਦੇ ਹੋ, ਤੁਸੀਂ ਝੂਠ ਮਾਰਦੇ ਹੋ, ਤੁਸੀਂ ਚੁਗਲੀ ਕਰਦੇ ਹੋ, ਤੁਸੀਂ ਕਤਲ ਕਰਦੇ ਹੋ, ਲੋਕਾਂ ਦੇ ਪੈਸੇ ਹੜੱਪਦੇ ਹੋ। ਉਹ ਇਹ ਚੀਜ਼ ਉੱਤੇ ਡਿਸਕਸ਼ਨ ਚੱਲਦੀ ਪਈ ਸੀ। ਕਹਿੰਦੀ ਹੈ ਕਿ ਜਦੋਂ ਇਹਨਾਂ ਕੋਲ ਤੇ ਸੰਗਤ ਹੁੰਦੀ ਚਰਚ ਦੇ ਵਿੱਚ ਤਾਂ ਇਹ ਪੈਸੇ ਮੰਗਦੇ ਨੇ। ਇੱਕ ਉਹਨੇ ਐਵੀਡੈਂਸ ਵੀ ਸ਼ੋਅ ਕੀਤਾ ਸੀ ਉਸ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ। ਹਾਂ, ਮੈਂ ਉਹ ਚੀਜ਼ ਸੁਣੀ ਆ, ਉਹਨੇ ਐਵੀਡੈਂਸ ਪੇਸ਼ ਕਰਦੀ ਆ। ਉਹ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਨਾ, ਤੋੜ ਮਰੋੜ ਕੇ ਉਹ ਜਿੰਨੀ ਕੁ ਉਹਦੇ ਮਤਲਬ ਦੀ ਚੀਜ਼ ਆ, ਉਹ ਉਸ ਚੀਜ਼ ਨੂੰ ਹੀ ਉਹਨਾਂ ਨੇ ਉਹਨੂੰ ਐਡਿਟ ਕੀਤਾ ਵਾ, ਉਹਨੂੰ ਹਾਈਲਾਈਟ ਕਰਦੇ ਆ। ਜਿਹੜੇ ਪੈਸੇ ਮੰਗਣ ਦੀ ਗੱਲ ਆ, ਵੇਖੋ ਉੱਥੇ ਇੱਕ ਬੜਾ ਵੱਡਾ ਸਿਸਟਮ ਚੱਲਦਾ ਪਿਆ ਵਾ। ਉੱਥੇ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਆ, ਔਰ ਜੇ ਕੋਈ ਬੰਦਾ ਉੱਥੇ ਪੈਸੇ ਨਾ ਦੇਵੇਗਾ ਤਾਂ ਉਹਨਾਂ ਨੂੰ ਰੋਟੀ ਕਿੱਥੇ ਖਵਾਈ ਜਾਵੇਗੀ? ਲੰਗਰ ਚੱਲਦਾ ਵਾ ਉੱਥੇ 24 ਆਵਰ। ਹੁਣ ਵੀ ਅਗਰ ਅੱਜ ਵੀ ਤੁਸੀਂ ਜਾ ਕੇ ਵੇਖੋ, ਲਗਭਗ 10,000 ਬੰਦਾ ਜਿਹੜਾ ਅੰਕੁਰ ਨੂਲਾ ਮਿਨਿਸਟਰੀ ਦੇ ਖਾਮਰਾ ਚਰਚ ਦੇ ਵਿੱਚ ਲੋਕ ਬੈਠੇ ਪ੍ਰਾਰਥਨਾ ਕਰ ਰਹੇ ਆ। 1000 ਦਿਨ ਦੇ ਲਈ ਪ੍ਰਾਰਥਨਾ ਰੱਖੀ ਗਈ ਆ। ਡੇਲੀ ਪ੍ਰਾਰਥਨਾ ਚੱਲ ਰਹੀ ਹੈ। ਕਿਤੇ ਲਈ ਚੱਲ ਰਹੀ ਹੈ? ਦੇਸ਼ ਲਈ ਚੱਲ ਰਹੀ ਹੈ, ਦੇਸ਼ ਦੀ ਸਰਕਾਰ ਦੇ ਲਈ ਚੱਲ ਰਹੀ ਹੈ, ਸੂਬੇ ਲਈ ਚੱਲ ਰਹੀ ਆ, ਪੰਜਾਬ ਦੇ ਵਿੱਚ ਵਸਦੇ ਸਭ ਧਰਮਾਂ ਦੇ ਲੋਕਾਂ ਦੇ ਲਈ ਪ੍ਰਾਰਥਨਾ ਚੱਲ ਰਹੀ ਹੈ। ਉੱਥੇ ਖਾਣਾ ਦੇਣਾ ਵਾ। ਫਿਰ ਉੱਥੇ ਕੀ ਹੈ ਕਿ ਚਰਚ ਜਿਹੜਾ ਵਾ ਉਹ ਗਰੀਬ 5000 ਵਿਧਵਾ ਔਰਤਾਂ ਨੂੰ ਪੰਜਾਬ ਦੇ ਵਿੱਚ ਰਾਸ਼ਨ ਦਿੱਤਾ ਜਾ ਰਿਹਾ ਵਾ। 5000 ਵਿਧਵਾ ਔਰਤਾਂ ਦੇ ਘਰ ਦਾ ਖਰਚਾ ਚੁੱਕਿਆ ਹੋਇਆ ਵਾ। ਵੈਲਫੇਅਰ ਦਾ ਕੰਮ ਕੀਤਾ ਜਾ ਰਿਹਾ ਵਾ। ਗਰੀਬ ਬੱਚਿਆਂ ਦੀ ਸ਼ਾਦੀ ਕੀਤੀ ਜਾ ਰਹੀ ਆ, 2 ਰੋਜ਼ ਸ਼ਾਦੀਆਂ ਕੀਤੀਆਂ ਜਾਂਦੀਆਂ ਵਾ। ਫਿਰ ਉੱਥੇ ਕਈ ਤਰ੍ਹਾਂ ਦੇ ਕੈਂਪ ਲੱਗਦੇ ਆ ਲੋਕਾਂ ਦੀ ਭਲਾਈ ਦੇ, ਲੋਕਾਂ ਦੀ ਹਸਪਤਾਲਾਂ 'ਚ ਪਏ ਮਰੀਜ਼ਾਂ ਦਾ ਇਲਾਜ ਕਰਾਇਆ ਜਾ ਰਿਹਾ, ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ, ਲੋੜਵੰਦਾਂ ਦੀ ਮਦਦ ਹੋ ਰਹੀ ਆ। ਇਹ ਸਭ ਕੁਛ ਕੋਈ ਪੈਸਾ ਬਾਹਰੋਂ ਥੋੜ੍ਹਾ ਆਉਣਾ ਵਾ, ਪੈਸਾ ਤਾਂ ਇੱਥੋਂ ਹੀ ਲੋਕ ਦਾਨ ਕਰਨਗੇ। ਹੁਣ ਜੇ ਆਪਾਂ ਕਹਿ ਦਈਏ ਕਿ ਲਓ ਜੀ ਉੱਥੇ ਵੱਖ-ਵੱਖ ਕਿੰਨੇ ਸਥਾਨ ਨੇ, ਧਾਰਮਿਕ ਸਥਾਨ ਨੇ, ਉੱਥੇ ਲੋਕ ਚੜਾਵਾ ਚੜਾਉਂਦੇ ਆ, ਤਾਂ ਉਹ ਪੈਸਾ ਕਿਉਂ ਚੜਾਉਂਦੇ ਆ ਜੀ? ਉਹ ਲੋਕਾਂ ਦੀ ਭਲਾਈ ਲਈ ਚੜ੍ਹਦਾ ਵਾ। ਅਗਰ ਉੱਥੇ ਇਹ ਗੱਲ ਤੇ ਉਹਨੇ ਸੁਣ ਲਈ ਵੀ ਉੱਥੇ ਉਹਨਾਂ ਨੇ ਕਿਹਾ ਜੀ ਠੀਕ ਹੈ ਜੀ ਤੁਸੀਂ ਦਾਨ ਦਿਓ, ਪਰ ਇਹ ਨਹੀਂ ਦੱਸਦੀ ਕਿ ਉਹ ਲੋਕਾਂ ਦੀ ਭਲਾਈ ਕਿੰਨੀ ਕਰਦੇ ਪਏ ਆ, ਕਿੰਨੇ ਲੋਕਾਂ ਦੀ ਜਾਨ ਬਚਾਈ ਗਈ ਹੈ ਉਸ ਚਰਚ ਦੇ ਦੁਆਰਾ, ਕਿੰਨੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ, ਕਿੰਨੇ ਲੋਕਾਂ ਦੀ ਹੈਲਪ ਕੀਤੀ ਜਾ ਰਹੀ ਆ। ਜਦੋਂ ਕੋਵਿਡ ਸੀ, ਕੋਵਿਡ ਦੇ ਦੌਰਾਨ ਪਿਛਲੀ ਸਰਕਾਰ ਦੇ ਵਿੱਚ ਅੰਕੁਰ ਨੂਲਾ ਮਿਨਿਸਟਰੀ ਨੇ ਸਰਕਾਰ ਨੂੰ ਮੈਡੀਕਲ ਏਡ ਦਿੱਤੀ ਆ। ਜਿਹੜੇ ਆਕਸੀਜਨ ਕੰਸਨਟਰੇਟਰ ਸੀਗੇ, ਇਸ ਤਰ੍ਹਾਂ ਹਰ ਇੱਕ ਤਰ੍ਹਾਂ ਦਾ ਬਹੁਤ ਵੱਡੀ ਇੱਕ ਖੇਪ ਜਿਹੜੀ ਆ ਉਹ ਪੰਜਾਬ ਗੌਰਮੈਂਟ ਨੂੰ ਦਿੱਤੀ ਸੀਗੀ। ਆਪਾਂ 2-3 ਚੀਜ਼ਾਂ ਫੜ ਕੇ ਜਿਹੜੀਆਂ ਸਾਡੇ ਮਤਲਬ ਦੇ, ਜਿੱਥੋਂ ਅਸੀਂ ਬਲੈਕਮੇਲ ਕਰ ਸਕਦੇ ਹਾਂ ਉਹ ਕਰ ਦਈਏ, ਪਰ ਜੋ ਮਿਨਿਸਟਰੀ ਐਕਚੁਅਲ ਲੋਕਾਂ ਦੀ ਮਦਦ ਕਰ ਰਹੀ ਆ ਉਹਨੂੰ ਵੀ ਸਰਾਉਣਾ ਚਾਹੀਦਾ। ਫਿਰ ਆਪਾਂ 2 ਗੱਲਾਂ 3 ਗੱਲਾਂ ਤੋਂ ਰੌਲਾ ਪਾਈ ਜਾਂਦੀ ਆ, ਉਹ ਚੀਕਾਂ ਹੀ ਮਾਰੀ ਜਾਂਦੀ ਆ। ਬਹੁਤਾ ਚੀਕਿਆਂ ਚਿੱਲਾਇਆਂ ਆਪਾਂ ਸੱਚੇ ਸਾਬਤ ਨਹੀਂ ਹੋ ਸਕਦੇ, ਲੇਕਿਨ ਗੱਲ ਇਹ ਕਿ ਜੋ ਫੈਕਟ ਨੇ ਉਹ ਹੋਰ ਆ। ਮਤਲਬ ਇਹਨਾਂ ਦਾ ਇਹੋ ਹੀ ਆ ਕਿ ਆਪਾਂ ਇਹਨਾਂ ਦੀ ਛਵੀ ਨੂੰ ਖਰਾਬ ਕਰੀਏ, ਕਿਉਂਕਿ ਅਪੋਸਟਲ ਅੰਕੁਰ ਨੂਲਾ ਜੀ ਅੱਜ ਪੂਰੇ ਵਰਲਡ ਦੇ ਵਿੱਚ ਇੱਕ ਸਨਮਾਨਿਤ ਹਸਤੀ ਨੇ, ਔਰ ਉਹ ਤਾਂ ਕਦੀ ਇਹਨਾਂ ਨੂੰ ਮਿਲੇ ਵੀ ਨਹੀਂ। ਉਹ ਜਿਹੜੀ ਮਿਨਿਸਟਰੀ ਦੇ ਪ੍ਰਧਾਨ ਨੇ ਜਾਂ ਮਿਨਿਸਟਰੀ ਦੇ ਨਾਲ ਲੋਕ ਸੇਵਾ ਕਰਦੇ, ਹੋਰ ਉਹਨਾਂ ਨੂੰ ਉਹ ਕਿਤੇ 10 ਦਿਨਾਂ 15 ਦਿਨਾਂ ਬਾਅਦ ਮਿਲਦੇ, ਕਿਉਂਕਿ ਉਹ ਹਮੇਸ਼ਾ ਜਦੋਂ ਵੀ ਉਹਨਾਂ ਨੇ ਚਰਚ 'ਚ ਆਉਣਾ ਵਾ, ਚਰਚ ਤੋਂ ਬਾਅਦ ਉਹਨੇ ਜਾ ਕੇ ਪ੍ਰਾਰਥਨਾ 'ਚ ਬਹਿਣਾ, ਉੱਥੋਂ ਬਾਹਰ ਨਿਕਲਦੇ ਨਹੀਂ। ਆਪਣੇ ਪਰਿਵਾਰ ਨੂੰ ਵੀ ਮਿਲਣ ਦਾ ਉਹਨਾਂ ਦਾ ਟਾਈਮ ਨਿਰਧਾਰਿਤ ਆ ਵੀ ਮੈਂ ਤੁਹਾਨੂੰ ਇੰਨੇ ਵਜੇ, ਬੱਚਿਆਂ ਨੂੰ, ਆਪਣੀ ਪਤਨੀ ਨੂੰ ਵੀ ਇੰਨੇ ਵਜੇ ਮਿਲਣਾ, ਇੰਨੇ ਵਜੇ। ਇਹਨਾਂ ਦੀ ਤਾਂ ਗੱਲ ਹੀ ਦੂਰ ਦੀ, ਕਿਤੇ ਮਿਲੇ ਅੱਜ ਤੱਕ ਮਿਲੀ ਨਹੀਂ ਇੱਕ ਜਨਾਨੀ। ਉਹ ਔਰਤ ਜਿਹੜੀ ਜਿਸ ਦਾ ਨਾਮ ਵਨੀਤ ਕੌਰ ਦੱਸਿਆ ਜਾਂਦਾ, ਉਹ ਕਹਿੰਦੀ ਕਿ ਇਹਨਾਂ ਦੇ ਜਦ ਚਰਚ ਦੇ ਵਿੱਚ ਈਡੀ ਦੀ ਰੇਡ ਹੋਈ ਤਾਂ ਉਹ ਜਿਹੜੇ ਉੱਥੇ ਆਫੀਸਰ ਆਏ ਸੀ ਉਹਨਾਂ ਨੇ ਵੀ ਬਾਅਦ 'ਚ ਇਹਨਾਂ ਕੋਲ ਪ੍ਰੇਅਰ ਕਰਾਉਣੀ ਸ਼ੁਰੂ ਕਰ ਦਿੱਤੀ। ਵੇਖੋ, ਜੋ ਅਸੀਂ ਚੀਜ਼ਾਂ ਸੁਣੀਆਂ ਜਾਂ ਵੇਖੀਆਂ, ਜੋ ਲਿਖ ਕੇ ਦੇ ਕੇ ਗਏ, ਉਹਦੇ ਵਿੱਚ ਈਡੀ ਨੇ ਰੇਡ ਮਾਰੀ ਸੀ। ਈਡੀ ਦੇ ਜਦੋਂ ਉਹਨਾਂ ਨੂੰ ਮਿਲਿਆ ਹੀ ਕੱਖ ਨਹੀਂ, ਕਿਉਂਕਿ ਉਹ ਰੱਬ ਦੇ ਦਾਸ ਨੇ, ਇੱਕ ਸੱਚੇ ਸੁੱਚੇ ਦਾਸ ਪਾਏ ਗਏ। ਉਹਨਾਂ ਨੇ ਜਦੋਂ ਵੇਖਿਆ ਵੀ ਜਦੋਂ ਕੋਈ ਵੀ ਚੀਜ਼ ਖੋਲ੍ਹਦੇ ਸੀ
ਤੇ ਉਹਦੇ ਵਿੱਚੋਂ ਜਾਂ ਤੇ ਅਨੋਇੰਟਿੰਗ ਆਇਲ ਨਿਕਲਦਾ ਸੀ ਟਰੰਕਾਂ ਦੇ ਵਿੱਚੋਂ, ਜਾਂ ਉਹਨਾਂ ਦੇ ਇੱਕ ਅਨੋਇੰਟਿੰਗ ਰੁਮਾਲ ਨੇ ਜਿਨ੍ਹਾਂ 'ਤੇ ਬਾਈਬਲ ਦੀਆਂ ਵਰਸਸ ਲਿਖੀਆਂ ਹੋਈਆਂ ਵਾ, ਉਹ ਲੋਕਾਂ ਨੂੰ ਦਿੰਦੇ ਆ ਵੀ ਚਲੋ ਤੁਸੀਂ ਆਪਣੇ ਘਰਾਂ 'ਚ ਰੱਖੋ, ਦੁੱਖ ਤਕਲੀਫਾਂ ਦੇ ਵਾਸਤੇ ਤੁਹਾਡੇ ਜ਼ਰੂਰਤ ਦੇ ਕੰਮ ਆਉਣਗੇ। ਉਹ ਜਦੋਂ ਖੋਲ੍ਹਦਾ ਸੀ ਈਡੀ ਦੇ ਅਫਸਰ ਕੁਛ ਵੀ ਟਰੰਕ ਖੋਲ੍ਹਦੇ ਜਾਂ ਕੁਛ ਵੀ ਖੋਲ੍ਹਦੇ, ਜੋ ਸਾਨੂੰ ਆਪਾਂ ਸੁਣਿਆ ਉਹਨਾਂ ਦੇ ਕੋਲੋਂ, ਪੋਸਟਲ ਜੀ ਦੇ ਕੋਲੋਂ ਹੀ ਉਹਨਾਂ ਨੇ ਲਾਈਵ ਹੋ ਕੇ ਦੱਸਿਆ ਸਾਰੇ ਲੋਕਾਂ ਨੂੰ, ਤੇ ਉਹ ਇਹ ਨਿਕਲਦਾ ਸੀ। ਉਹ ਜਿਹੜੇ ਅਫਸਰ ਆਏ ਸੀ ਉਹਨਾਂ ਨੇ ਮਹਿਸੂਸ ਕੀਤਾ ਵੀ ਯਾਰ ਸਾਡੀ ਇਨਫੋਰਮੇਸ਼ਨ ਗਲਤ ਆ। ਉਹਨਾਂ ਨੇ ਕਿਹਾ ਵੀ ਚਲੋ ਜੀ ਸਾਡੇ ਕੋਲ ਥੋੜ੍ਹਾ ਇਹ ਮਿਸਅੰਡਰਸਟੈਂਡਿੰਗ ਹੋ ਗਈ ਆ, ਅਤੇ ਤੁਸੀਂ ਸਾਡੇ ਲਈ ਪ੍ਰਾਰਥਨਾ ਜ਼ਰੂਰ ਕਰਿਓ ਕਿ ਚਲੋ ਅੱਗੇ ਤੋਂ ਅਸੀਂ ਵਧੀਆ ਢੰਗ ਨਾਲ ਕੰਮ ਕਰ ਸਕੇ, ਸਾਡੀ ਇਨਫੋਰਮੇਸ਼ਨ। ਉਹਨਾਂ ਕਿਹਾ ਠੀਕ ਹੈ ਜੀ, ਮਤਲਬ ਭਾਈ ਇਹ ਚੀਜ਼ ਕਿ ਤੋੜ ਮੇੜ ਕੇ ਪੇਸ਼ ਕਰਦੀ। ਹੁਣ ਉਹ ਰੱਬ ਦਾ ਦਾਸ ਆ, ਹੁਣ ਮੈਂ ਜਾਣਾ ਜਾਂ ਤੁਸੀਂ ਚੱਲ ਜਾਓ, ਤੁਸੀਂ ਜਾ ਕੇ ਲਓ ਜੀ ਮੇਰੇ ਲਈ ਪ੍ਰਾਰਥਨਾ ਕਰੋ, ਤਾਂ ਪ੍ਰਾਰਥਨਾ ਉਹਨਾਂ ਦਾ ਮਤਲਬ ਉਹ ਉਹਨਾਂ ਦਾ ਕੰਮ ਹੀ ਹੈ ਵੀ ਪ੍ਰਾਰਥਨਾ ਕਰਨਾ। ਸੋ ਮੈਂ ਤੁਹਾਨੂੰ ਦੱਸਿਆ ਨਾ, ਇਹ ਗੱਲ ਤਾਂ ਹੈਗੀ ਛੋਟੀ ਜੀ, ਪਰ ਉਹਨੂੰ ਕਿੱਦਾਂ ਮਰੋੜ ਕੇ ਬੀਬੀ ਪੇਸ਼ ਕਰ ਰਹੀ ਆ। ਇੱਕ ਉਹ ਬੀਬੀ ਵਨੀਤ ਕੌਰ ਇਹ ਵੀ ਕਹਿੰਦੀ ਆ ਕਿ ਮੇਰੇ ਤੇ ਨਜਾਇਜ਼ 295 ਦਾ ਪਰਚਾ ਦਰਜ ਕਰਾਤਾ, ਔਰ ਮੇਰੇ ਪਰਿਵਾਰਕ ਮੈਂਬਰਾਂ ਨੂੰ ਇੱਥੋਂ ਤੱਕ ਡਰ ਹੈ ਕਿ ਮੇਰਾ ਪਰਿਵਾਰ, ਮੇਰਾ ਘਰ ਵਾਲਾ ਮੇਰਾ ਸਾਥ ਨਹੀਂ ਦੇ ਰਿਹਾ, ਕਿ ਕਿਤੇ ਮੇਰੇ ਤੇ ਵੀ ਨਜਾਇਜ਼ ਪਰਚਾ ਦਰਜ ਕਰਵਾ ਕੇ ਮੈਨੂੰ ਅੰਦਰ ਨਾ ਕਰਵਾ ਦਿੱਤਾ ਜਾਵੇ। ਜਿਹੜਾ 295 ਦਾ ਪਰਚਾ, ਉਹ ਪਹਿਲੀ ਗੱਲ ਤਾਂ ਪਰਚਾ ਅੰਕੁਰ ਨੂਰਲਾ ਮਿਨਿਸਟਰੀ ਜਾਂ ਉਹਨਾਂ ਦੇ ਕਿਸੇ ਵੀ ਬੰਦੇ ਵੱਲੋਂ ਨਹੀਂ ਕਰਾਇਆ ਗਿਆ। ਇਹਦੀ ਕੋਸ਼ਿਸ਼ ਇਹ ਹੈ ਕਿ ਮੈਂ ਇਹ ਮੜ ਦੇਵਾਂ, ਮਤਲਬ ਆਪਣੇ ਆਪ ਨੂੰ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੈਂ ਬੜੀ ਵਿਚਾਰੀ ਔਰਤ ਹਾਂ। ਪਰ ਜਦੋਂ ਤੁਸੀਂ ਉਹਨੂੰ ਬੋਲਦੇ ਵੇਖੋਗੇ, ਉਹਦੀ ਜ਼ਬਾਨ ਦੇ ਵਿੱਚ ਜਿਵੇਂ ਤਲਵਾਰਾਂ ਕਿਸੇ ਨੇ ਰੱਖੀਆਂ ਹੋਈਆਂ, ਕੋਈ ਉਹਨੂੰ ਬੋਲਣ ਦੀ ਜਾਚ ਨਹੀਂ ਆ, ਕੋਈ ਉਹਨੂੰ ਇਹ ਨਹੀਂ ਪਤਾ ਕਿ ਮੈਂ ਕਿਸ ਢੰਗ ਨਾਲ ਬੋਲਣਾ। ਮੈਂ ਇੱਕ ਔਰਤ ਜਾਤ, ਸਿਰਫ ਉਹ ਇੱਕ ਔਰਤ ਹੋਣ ਦਾ ਨਜਾਇਜ਼ ਫਾਇਦਾ ਚੁੱਕਦੀ ਪਈ ਆ ਕਿ ਮੈਨੂੰ ਕਿਸੇ ਨੇ ਕੁਛ ਨਹੀਂ ਕਹਿਣਾ, ਮੈਂ ਜੋ ਮਰਜ਼ੀ ਕਰਦੀ ਰਵਾਂ, ਮੈਂ ਜੋ ਮਰਜ਼ੀ ਕਿਸੇ ਛਾਂ ਦੇ ਖਿਲਾਫ ਬੋਲਦਾ ਵਾਂ। ਜਿੱਥੋਂ ਗੱਲ ਰਹਿ ਗਈ 295 ਦੀ, ਵੇਖੋ ਉਹ ਜਿਸ ਮੰਗੂ ਮੱਠ ਦਾ ਇੱਕ ਨਿਹੰਗ ਸਿੰਘ ਆ, ਅਮਨਦੀਪ ਕਰਕੇ ਨਾਂ ਆ ਸ਼ਾਇਦ ਉਹਦਾ, ਉਸ ਬੰਦੇ ਨੇ ਕਰਾਈ ਕਿਉਂ? ਕਿਉਂਕਿ ਇਹਨੇ ਜਦੋਂ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦੇ ਵਿੱਚ ਇਹਨਾਂ ਨੇ ਇੱਕ ਧਰਨਾ ਲਾਇਆ ਸੀਗਾ, ਉਹ ਵੀ ਲਾਇਆ ਸੀ ਪੋਸਟਲ ਅੰਕੁਰ ਨੂਰਲਾ ਦੇ ਖਿਲਾਫ ਹੀ ਲਾਇਆ ਸੀ। ਉੱਥੇ ਇਹਨਾਂ ਨੇ ਡਿਮਾਂਡ ਰੱਖੀ ਸੀ ਵੀ 295 ਦਾ ਪਰਚਾ ਉਹਨਾਂ 'ਤੇ ਕਰ ਦਿੱਤਾ ਜਾਵੇ। ਉਹ ਗੱਲ 2018 ਦੀ ਆ, ਜਦੋਂ ਕੇਕ ਕੱਟਿਆ ਗਿਆ ਇੱਕ ਬਾਈਬਲ ਦੇ ਵਿੱਚ, ਉੱਥੇ ਧਰਨੇ ਲੱਗੇ। ਚਲੋ ਉਹ ਮੈਂ ਤੁਹਾਨੂੰ ਬਾਅਦ 'ਚ ਗੱਲ ਦੱਸਦਾ ਸਾਰੀ। ਉੱਥੋਂ ਇਹ ਆਏ ਵਾਪਸ, ਉੱਥੇ ਆਣ ਕੇ ਜਦੋਂ ਇਹ ਉੱਥੇ ਕਰ ਰਹੇ ਸੀਗੇ ਅਤੇ ਲੋਕਾਂ ਨੇ ਕਮੈਂਟਸ ਕੀਤੇ। ਹੁਣ ਕਮੈਂਟ ਕਰਨ ਵਾਲੇ ਲੋਕ ਕੁਛ ਹੋਰ, ਉਹਨਾਂ ਨੇ ਕਹਿ ਦਿੱਤਾ ਵੀ ਤੂੰ ਉੱਥੇ ਗਲਤ ਕੰਮ ਕੀਤਾ। ਇਹਨੇ ਲਾਈਵ ਹੋ ਕੇ ਗੱਲ ਬੋਲੀ ਹੈ ਕਿ ਹਾਂ ਮੈਂ ਉੱਥੇ ਸੈਕਸ ਕੀਤਾ ਆ ਗੁਰਦੁਆਰੇ ਸਾਹਿਬ ਦੇ ਵਿੱਚ। ਉਹ ਕਲਿੱਪ ਆ, ਉਹ ਜਦੋਂ ਇਹ ਬੋਲਦੀ ਹੈ ਕਿ ਹਾਂ ਮੈਂ ਕੀਤਾ, ਜੋ ਕਰਨਾ ਮੈਂ ਕੀਤਾ, ਮੈਂ ਸੈਕਸ ਵਰਕਰ ਆ, ਆਪ ਹੀ ਬੋਲੀ ਜਾਂਦੀ ਆ। ਅਤੇ ਉਹ ਨਿਹੰਗਾ ਕਿ ਮੇਰੇ ਤੇ ਇਲਜ਼ਾਮ ਲਗਾਏ ਗਏ। ਵੇਖੋ ਪੋਸਟਲ ਅੰਕੁਰ ਨੂਰਲਾ ਜੀ ਨੇ ਲਾਏ ਹੋਣ ਜਾਂ ਉਹਨਾਂ ਦੇ ਕਿਸੇ ਅਨੁਯਾਈ ਨਾਲ, ਤਾਂ ਗੱਲ ਬਣਦੀ ਆ। ਇਹ ਜੀਨੀਆ ਪਿੱਲੇ ਕੋਈ ਹੋਰ ਹੈਗਾ, ਉਹਦਾ ਹਸਬੈਂਡ, ਉਹਦਾ ਨਾਂ ਲੈਂਦੀ ਆ। ਉਹ ਉਹਨਾਂ ਦਾ ਦੂਰ ਦਾ ਵਾਸਤਾ ਹੈ ਨਹੀਂ ਆ ਪੋਸਟਲ ਅੰਕੁਰ ਨੂਰਲਾ। ਉਹ ਲੁਧਿਆਣੇ ਦੇ ਨੇ, ਉਹ ਕਿਸੇ ਹੋਰ ਚਰਚ ਦੇ ਮੈਂਬਰ ਨੇ, ਉਹਨਾਂ ਦਾ ਨਾਂ ਲੈਂਦੀ ਆ ਵੀ ਉਹਨਾਂ ਨੇ ਕਰਵਾਇਆ ਵਾ ਜਾਂ ਉਹ ਇਹਨਾਂ ਦੇ ਚੇਲੇ ਆ। ਮਤਲਬ ਬੇਤੁਕੀਆਂ ਗੱਲਾਂ ਕਰਾਈ ਜਾਂਦੀਆਂ। 295 ਦੇ ਵਿੱਚ ਸਾਡਾ ਕੋਈ ਰੋਲ ਨਹੀਂ ਆ, ਜਾਂ ਚਰਚ ਦਾ ਕੋਈ ਰੋਲ ਨਹੀਂ ਹੈ, ਮਸੀਹ ਭਾਈਚਾਰੇ ਦਾ ਰੋਲ ਨਹੀਂ ਉਹ 'ਚ। ਇਹ ਤੇ ਇਹਦੀ ਜ਼ਬਾਨ ਜਿਹੜੀ ਹੈ, ਜਿਸ ਢੰਗ ਨਾਲ ਬੋਲਦੀ ਆ, ਉੱਥੋਂ ਇਹ ਗਲਤ ਕਰਦੀ ਆ। ਉਹ ਜਦੋਂ ਬੋਲੇਗੀ ਸਿੱਧਾ ਕਿ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਸੈਕਸ ਕੀਤਾ, ਕੌਣ ਬੰਦਾ ਬਰਦਾਸ਼ਤ ਕਰੂਗਾ? ਇਹ ਤਾਂ ਰੱਬ ਦਾ ਸ਼ੁਕਰ ਆ ਕਿ ਬਾਕੀ ਸਿੱਖ ਭਾਈਚਾਰੇ ਨੇ ਸ਼ਬਦ ਚੱਜ ਨਾਲ ਨਹੀਂ ਸੁਣੇ। ਇਹ ਤਾਂ ਉਹਨਾਂ ਦੇ ਹੱਥੇ ਕਿਤੇ ਵੀਡੀਓ ਚੜ੍ਹ ਗਈ, ਉਹਨਾਂ ਨੇ ਆਣ ਕੇ ਪਰਚਾ ਕਰਾਤਾ। ਇਹ ਉਹ ਪਰਚੇ ਦਾ ਵੀ ਨਾਂ ਜਿਹੜਾ ਵਾ ਪੋਸਟਲ ਅੰਕੁਰ ਨੂਰਲਾ, ਹੁਣ ਜਦੋਂ ਪਰਚਾ ਹੋ ਗਿਆ, ਜਦੋਂ ਇਹ ਬੋਲਦੀ ਮੈਂ ਫਲਾਣੀ ਜਗ੍ਹਾ ਕੀਤਾ, ਮੈਂ ਇਹਦੇ ਨਾਲ ਕੀਤਾ, ਮੈਂ ਉਹਦੇ ਨਾਲ ਕੀਤਾ, ਇਹਦੇ ਪਰਿਵਾਰ ਨੇ ਜੇ ਇਹਦਾ ਹਸਬੈਂਡ ਜੋ ਇਹ ਆਪ ਹੀ ਦੱਸਦੀ ਆ ਜਾਂ ਜੋ ਸਾਨੂੰ ਸੁਣਨ 'ਚ ਆਇਆ ਵਾ, ਕੋਈ ਵੀ ਘਰ ਦਾ ਜੀ ਜਿਹਦਾ ਵਾ ਉਹ ਕਦੀ ਨਹੀਂ ਮਤਲਬ ਕਹਿ ਸਕਦਾ ਕਿ ਮੇਰੀ ਪਤਨੀ ਜਿਹੜੀ ਆ ਆਹ ਕੰਮ ਕਰਦੀ ਆ ਅਤੇ ਮੈਂ ਉਹਦਾ ਸਾਥ ਦੇਵਾਂ। ਜਦੋਂ ਤੂੰ ਸ਼ਰੇਆਮ ਟੀਵੀ ਦੇ ਉੱਤੇ ਬੋਲਣ ਲੱਗਿਆ, ਵੇਖਦੀ ਕੱਖ ਨਹੀਂ, ਤੂੰ ਇਹ ਨਹੀਂ ਸੋਚਦੀ ਕਿ ਮੈਂ ਇੱਕ ਔਰਤ ਜਾਤ ਹਾਂ ਅਤੇ ਜਦੋਂ ਮੈਂ ਕੁਛ ਇਹੋ ਜਿਹਾ ਬੋਲਾਂਗੀ ਮੇਰੇ 'ਤੇ ਜਾਂ ਮੇਰੀ ਫੈਮਿਲੀ 'ਤੇ ਉਹਦਾ ਇੰਪੈਕਟ ਕੀ ਪਵੇਗਾ। ਔਰ ਉਹ ਇੰਪੈਕਟ ਪਿਆ ਵਾ, ਫੈਮਿਲੀ ਨੇ ਇਹਨੂੰ ਛੱਡਿਆ ਵਾ। ਉਹਦੀ ਵਜ੍ਹਾ ਪਾਸਟਰ ਅੰਕੁਰ ਨੂਰਲਾ ਨਹੀਂ ਆ, ਇਹਦੀ ਖੁਦ ਦੀ ਜ਼ਬਾਨ ਆ। ਇਹ ਜ਼ਬਾਨ ਹੀ ਇਹਨੇ ਇੰਨੀ ਕੁ ਆਵਾਜ਼ ਛੱਡੀ ਆ, ਅੱਜ ਵੀ ਵਾਹੀ ਜਾਂਦੀ ਆ, ਵੀ ਜਿਹਦੇ ਕਰਕੇ ਇਹਦੇ ਪਰਿਵਾਰ ਇਹਦੇ ਪਿੱਛੇ ਨਹੀਂ ਹੈ। ਕਿਉਂਕਿ ਵੇਖੋ ਕੋਈ ਵੀ ਪਰਿਵਾਰ ਉਹਨੂੰ ਸਮਝਾਇਆ ਹੋਊਗਾ ਉਹਨਾਂ ਨੇ ਇਹਨੂੰ ਜ਼ਰੂਰ, ਬਈ ਬੀਬਾ ਤੂੰ ਇਹ ਨਾ ਕਰ, ਇਹਨੂੰ ਖ਼ਤਮ ਕਰ ਦੇ, ਤੂੰ ਕਿਹੜੇ ਚੱਕਰ 'ਚ ਪਈ ਆ। ਬਿਨਾਂ ਵਜ੍ਹਾ ਪਿਛਲੇ 4-5 ਸਾਲ ਤੋਂ ਇਹ ਪੋਸਟਲ ਅੰਕੁਰ ਨੂਰਲਾ ਜੀ ਦੇ ਖਿਲਾਫ ਬੋਲ ਰਹੇ ਆ। ਕੁਛ ਨਹੀਂ, ਅਸੀਂ ਸਿਰਫ ਮਾਮਲਾ ਹੁਣ ਹਾਈਲਾਈਟ ਹੋਇਆ। ਪ੍ਰੈਸ ਕਾਨਫਰੰਸ ਜਿਹੜੀਆਂ ਪਿਛਲੀ 3-4 ਕੀਤੀਆਂ ਗਈਆਂ ਨੇ ਜਲੰਧਰ ਵਿਖੇ, ਹੁਣ ਕੀਤੀਆਂ ਗਈਆਂ। ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਮਾਮਲਾ ਸੀ? ਪਹਿਲਾਂ ਕੋਈ ਪੀਸੀ ਕੀਤੀ ਗਈ ਇਸ ਨੂੰ ਲੈ ਕੇ? ਨਹੀਂ, ਪਹਿਲਾਂ ਇਸ ਵਿਸ਼ੇ ਨੂੰ ਲੈ ਕੇ ਨੇ ਪੀਸੀ ਨਹੀਂ ਕੀਤੀ। ਇਹਨਾਂ ਦੇ ਆਪਣੇ ਇਹ ਹੈਗੇ ਯੂਟਿਊਬਰ, ਇਹ ਆਪਣੇ ਲਾਈਕਸ ਵਧਾਉਣ ਵਾਸਤੇ, ਆਪਣੇ ਵਿਊ ਵਧਾਉਣ ਦੇ ਲਈ ਵੀ ਉੱਥੋਂ ਮੈਨੂੰ ਪੈਸਾ ਆਏਗਾ। ਇਹ ਹਮੇਸ਼ਾ ਇਹਨੇ ਪੋਸਟਲ ਅੰਕੁਰ ਨੂਰਲਾ ਦੇ ਖਿਲਾਫ ਵੱਖ-ਵੱਖ ਪਾਸਟਰਾਂ ਦੇ ਖਿਲਾਫ ਬੋਲਿਆ, ਪਰ ਉਹ ਇਹਦੀ ਦਾਲ ਗਲੀ ਨਹੀਂ, ਉੱਥੋਂ ਇਹਨੂੰ ਪੈਸਾ ਨਹੀਂ ਆਇਆ। ਪਹਿਲੇ 4-5 ਸਾਲ ਤੋਂ ਅਸੀਂ ਸੁਣਦੇ ਰਹੇ ਹਾਂ। ਕੁਛ ਲੋਕ ਜਿਹੜੇ ਸਾਡੇ ਕੌਮ ਦੇ 'ਚ ਉਹਨਾਂ ਸੁਣਿਆ ਵਾ,
ਤੇ ਪਰ ਇਹਦੇ ਵਿਊ ਵਧੇ ਨਹੀਂ, ਇਹਨਾਂ ਨੂੰ ਪੈਸਾ ਨਹੀਂ ਮਿਲਿਆ। ਫਿਰ ਇਹਨਾਂ ਸੋਚਿਆ ਚਲੋ ਆਪਾਂ ਹੁਣ ਜਿੱਥੋਂ ਇਹ ਹੋ ਗਿਆ ਜੀ, ਹੁਣ ਜ਼ਮਾਨਤ ਹੋਈ ਨੂੰ ਵੀ ਲਗਭਗ ਉਹ 8-9 ਮਹੀਨੇ ਹੋ ਗਏ ਆ, ਇਹ ਹੁਣ ਪੀਸੀ ਪੂਸੀ ਕਰਦੀ ਪਈ ਹੈ। ਸਾਨੂੰ ਪਤਾ ਵਾ ਕੀ ਚੱਲ ਰਿਹਾ ਵਾ, ਅਸੀਂ ਵਾਚ ਕਰਦੇ ਪਏ ਆ। ਇਹਦੇ ਪਿੱਛੇ ਕੁਛ ਇਹੋ ਜਿਹੀਆਂ ਤਾਕਤਾਂ ਨੇ ਜੋ ਚਾਹੁੰਦੀਆਂ ਨੇ ਕਿ ਮਸੀਹ ਧਰਮ ਨੂੰ ਬਦਨਾਮ ਕੀਤਾ ਜਾਵੇ, ਮਸੀਹ ਧਰਮ ਨੂੰ ਜੋ ਪ੍ਰਚਾਰ ਕਰ ਰਹੇ ਉਹਨਾਂ ਪ੍ਰਚਾਰਕਾਂ ਨੂੰ ਬਦਨਾਮ ਕੀਤਾ ਜਾਵੇ। ਸਾਨੂੰ ਉਹਨਾਂ ਦਾ ਪਤਾ ਵਾ, ਮੈਂ ਕੈਮਰੇ 'ਤੇ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਪਰ ਉਹ ਮੈਨੂੰ ਸੁਣਦੇ ਆ, ਮੈਨੂੰ ਪਤਾ ਵਾ ਵੀ ਉਹਨਾਂ ਨੂੰ ਵੀ ਪਤਾ ਵਾ ਵੀ ਇਹ ਕੌਣ ਕਰ ਰਹੇ ਆ। ਜੋ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ ਵਾ, ਉਹ ਕੁਛ ਤਾਕਤਾਂ ਨੇ ਕਰਾਇਆ ਸੀਗਾ, ਈਸਾਈਆਂ ਦੇ ਖਿਲਾਫ ਕੰਮ ਕੀਤਾ ਸੀਗਾ। ਹੁਣ ਪੰਜਾਬ ਦਾ ਮਾਹੌਲ ਜਿਹੜਾ ਉਹ ਠੰਡਾ ਹੋ ਗਿਆ ਵਾ, ਇਸ ਲਈ ਕਿਉਂਕਿ ਇਹ ਬੀਬੀ ਜਿਹੜੀ ਆ, ਇਹਦੀਆਂ ਜੋ YouTube 'ਤੇ ਅਜੇ ਵੀ ਵੀਡੀਓ ਹੈਗੀਆਂ ਵਾ, ਇਹਨੇ ਬਹੁਤ ਬੋਲਿਆ ਵਾ, ਇਹ ਬੜਾ ਵਰਗਲ ਬੋਲਦੀ ਆ। ਇਹਨੂੰ ਚੁੱਕਿਆ ਗਿਆ ਵਾ ਔਰ ਇਹਦੇ ਪਿੱਛੇ ਪੈਸਾ ਲੱਗ ਰਿਹਾ ਵਾ, ਇਹਦੇ 'ਚ ਲੋਕ ਇਨਵੋਲਵ ਨੇ, ਇਕੱਲੀ ਨਹੀਂ ਆ ਉਹ, ਔਰ ਉਹਦੇ ਕਰਕੇ ਇਹ ਪੀਸੀਆਂ ਕਰ ਰਹੀਆਂ। ਨਹੀਂ ਤੇ ਪੀਸੀ ਕਰਨੀ ਕੋਈ ਸੌਖਾ ਨਹੀਂ ਆ। ਮੈਂ ਦੁਬਾਰਾ ਉਸ ਸਵਾਲ ਤੇ ਆ ਰਿਹਾ, ਜਿਸ ਤਰ੍ਹਾਂ ਦੀ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਇਹ ਬੀਬੀ ਬਲੈਕਮੇਲ ਕਰਨਾ ਚਾਹੁੰਦੀ ਹੈ, ਤਾਂ ਤੁਹਾਨੂੰ ਕੋਈ ਮੈਸੇਜ ਮਿਲਿਆ ਕਿਸੇ ਦੇ ਥਰੂ ਮਿਲਿਆ ਹੋਵੇ, ਡਾਇਰੈਕਟ ਇਨਡਾਇਰੈਕਟ ਮਿਲਿਆ ਹੋਵੇ, ਕੋਈ ਡਿਮਾਂਡ ਰੱਖੀ ਗਈ ਹੋਵੇ? ਵੇਖੋ ਗੱਲ ਹੈਗੀ ਆ ਕਿ ਪੋਸਟਲ ਅੰਕਲ ਨੂਰਲਾ ਜੀ ਇੱਕ ਬਹੁਤ ਵੱਡਾ ਨਾਮ ਆ। ਕੋਈ ਵੀ ਬੰਦਾ ਜਿਹੜਾ ਭਲਾ ਮਾਨਸ ਲਾ ਲਓ ਜਾਂ ਇੱਕ ਸਹਿਬੇ ਹੈਸੀਅਤ ਲਾ ਲਓ, ਉਹ ਨਹੀਂ ਚਾਹੇਗਾ ਕਿ ਕੋਈ ਮੇਰੇ ਖਿਲਾਫ ਬੋਲਦੀ, ਮੇਰੇ ਕੋਲ ਕੋਈ ਗਲਤ ਬੋਲੇ, ਮੇਰੀ ਛਵੀ ਖਰਾਬ ਹੋਵੇ। ਇਹ ਲਗਾਤਾਰ ਬੋਲਦੇ ਰਹੇ ਨੇ। ਉਸ ਦਿਨ ਇੱਕ ਪ੍ਰੈਸ ਕਾਨਫਰੰਸ ਹੋਈ, ਉਹਦੇ ਵਿੱਚ ਇੱਕ ਜੌਨ ਅਬਰਾਹਮ ਦੇ ਨਾਂ ਆਇਆ ਸੀਗਾ, ਉਹਦੀ ਵੀਡੀਓ ਵੀ ਮੌਜੂਦ ਆ। ਇਹਨਾਂ ਨੇ ਮਤਲਬ ਇਹ ਇਕੱਠੇ ਸੀਗੇ ਪਹਿਲਾਂ। ਹੁਣ ਤਾਂ ਮੈਂ ਸੁਣ ਰਿਹਾ ਸੀ ਚੈਨਲ 'ਚ, ਪਰਸੋਂ ਇੱਕ ਚੈਨਲ 'ਚ ਲਾਈਵ ਹੋ ਕੇ ਉਹ ਜੌਨ ਅਬਰਾਹਮ ਜੀ ਬੋਲਦੇ ਸੀ ਕਿ ਮੇਰਾ ਇਹ ਬੀਬੀ ਨਾਲ ਕੋਈ ਤਾਲੁਕ ਨਹੀਂ। ਪਹਿਲਾਂ ਇਹ ਬਿਲਕੁਲ ਇਕੱਠੇ ਸੀਗੇ, ਉਹ ਵੀ ਬੋਲਦਾ ਸੀ ਪੋਸਟਲ ਅੰਕਲ ਨੂਰਲਾ ਜੀ ਦੇ ਖਿਲਾਫ ਤੇ ਇਹ ਵੀ ਬੋਲਦੀ ਸੀਗੀ। ਇਹਨਾਂ ਨੇ ਆਪਣਾ ਤਾਲਮੇਲ ਬਣਾਇਆ, ਇਹ ਵੀ ਯੂਟਿਊਬਰ, ਉਹ ਵੀ ਉੱਦਾਂ ਇਹ ਸਿੱਖ ਆ, ਉਹ ਈਸਾਈ ਆ। ਫਿਰ ਇਹ ਦੋਵੇਂ ਰਲੇ, ਇਹਨਾਂ ਨੇ ਆਪਣੇ ਹਿਸਾਬ ਪਲਾਨਿੰਗ ਬਣਾਈ ਹੋਊਗੀ ਵੀ ਚਲੋ ਆਪਾਂ ਰਲ ਕੇ ਕੰਮ ਕਰਦੇ, ਇਹਨਾਂ ਦੇ ਖਿਲਾਫ ਅਸੀਂ ਪੈਸੇ। ਫਿਰ ਉਹਨੇ ਇੱਕ 10 ਕਰੋੜ ਰੁਪਏ ਦੀ ਡਿਮਾਂਡ ਕੀਤੀ ਆ ਔਰ ਬਕਾਇਦਾ ਉਹਨੇ ਲਾਈਵ ਹੋ ਕੇ ਗੱਲ ਕੀਤੀ ਹੈ ਕਿ ਮੈਂ ਇਹਦੇ ਕੋਲ 10 ਕਰੋੜ ਮੰਗਿਆ ਸੀ, 10 ਕਿੱਲੇ ਜ਼ਮੀਨ ਮੰਗੀ ਸੀ। ਕਿੰਨਾ ਕੋਲੋਂ? ਪੋਸਟਲ ਅੰਕਲ ਨੂਰਲਾ ਕੋਲ। ਓਕੇ। ਉਹ ਲਾਈਵ ਹੋ ਕੇ ਕਿਹਾ ਮੈਂ ਮੰਗੀ ਸੀ। ਇਹ ਡਰ ਗਿਆ। ਕੋਈ ਪੋਸਟਲ ਜੀ ਇੱਕ ਬੋਲਦੇ ਪਈ ਸੀਗੇ ਸਰਮਨ ਦੇ ਵਿੱਚ ਕਿ ਮੈਂ ਕਿਰਾਏਦਾਰੀ ਨਾਲ, ਮੇਰੇ ਕੋਲ ਆਪਣਾ ਘਰ ਨਹੀਂ ਹੈ, ਮੈਂ ਜੋ ਕੁਛ ਵੀ ਤੁਹਾਡਾ ਆ ਰਿਹਾ ਵਾ ਉਹਨੂੰ ਮੈਂ ਚਰਚ 'ਤੇ ਲਾ ਰਿਹਾ ਵਾਂ, ਉਹਨੂੰ ਮੈਂ ਲੋਕਾਂ ਦੀ ਭਲਾਈ 'ਚ ਲਾ ਰਿਹਾ ਵਾਂ। ਇਹਨੇ ਉਹ ਸਰਮਨ ਨੂੰ ਉਹਨੂੰ ਕੱਟ ਕੇ ਜੌਨ ਅਬਰਾਹਮ ਨੇ ਉਹਦੀ ਇੱਕ ਬਾਈਟ ਬਣਾ ਕੇ ਉੱਥੇ ਇਹਨੇ ਆਪ ਦੱਸਿਆ ਕਿ ਮੈਂ ਇਹਦੇ ਕੋਲ ਮੰਗਿਆ ਵਾ 10 ਕਰੋੜ ਆਪਣੇ ਲਈ। ਉਹਨੇ ਸ਼ਰੇਆਮ ਬੋਲਿਆ ਵਾ ਉਹਨੇ। ਤੇ ਇਟ ਮੀਨਸ ਕਿ ਇਹਦਾ ਮਤਲਬ ਕੀ ਬਣਦਾ, ਤੈਨੂੰ ਕਦ ਲਈ 10 ਕਰੋੜ ਦਿੱਤਾ? ਤੁਹਾਡੇ ਦੁਆਰਾ ਕੋਈ ਕੰਪਲੇਂਟ ਕੀਤੀ ਗਈ ਇਸ ਚੀਜ਼ ਦੀ? ਹਾਂ, ਉਸ ਵਿਸ਼ੇ ਦੇ ਉੱਤੇ ਆਪਾਂ ਕੰਪਲੇਂਟ ਕੀਤੀ ਸੀਗੀ, ਪਰ ਕਿਉਂਕਿ ਮੈਂ ਤੁਹਾਨੂੰ ਅੱਗੇ ਦੱਸਿਆ ਨਾ, ਕੋਈ ਮਤਲਬ ਭਲਾ ਮਾਨਸ ਬੰਦਾ ਸਹਿਬੇ ਅਸੀਂ ਕਹਿੰਦਾ ਛੱਡੋ ਯਾਰ ਆਪਾਂ ਕਿਉਂ ਲਿਟੀਗੇਸ਼ਨ। ਫਿਰ ਉਹਨਾਂ ਕਿਹਾ ਯਾਰ ਛੱਡ ਦਿਓ ਵੀ ਚਲੋ ਆਪੇ ਰੱਬ ਨੂੰ ਉਹਨਾਂ ਨੂੰ ਦੇਖੂਗਾ। ਹੁਣ ਉਸ ਅਬਰਾਹਮ ਦੇ ਕੋਈ ਸੱਟ ਲੱਗੀ ਸੀ, ਕੋਈ ਬਾਂਹ ਟੁੱਟ ਗਈ, ਉਹਦਾ ਵੀ ਬਲੇਮ ਪਾਈ ਜਾਂਦੀ ਹੈ ਕਿ ਪੋਸਟਲ ਅੰਕਲ ਨੂਰਲਾ ਜੀ ਨੇ ਉਹਦੀ ਬਾਂਹ ਤੋੜਾਤੀ ਹੈ। ਚਲੋ ਜਿੰਨੇ ਵੀ ਤੋੜੀ, ਤੁਹਾਡਾ ਫਰਜ਼ ਬਣਦਾ ਤੁਸੀਂ ਕੰਪਲੇਨ ਕਰੋ, ਆਪੇ ਪੁਲਿਸ ਦਾ ਕੰਮ ਹੈ ਲੱਭੇ ਵੀ ਕਿਹੜੇ ਬੰਦੇ ਨੇ ਬਾਂਹ ਤੋੜੀ ਆ। ਮਤਲਬ ਨਿੱਕੀ ਗੱਲ, ਕੋਈ ਵੀ ਕਿਸੇ ਬੰਦੇ ਨੇ ਇਹਨਾਂ ਦੀ ਗੱਲ ਨਹੀਂ ਸੁਣੀ, ਉਹ ਬੰਦਾ ਇਹਨਾਂ ਦਾ ਦੋਸ਼ੀ ਆ। ਇਹ ਪੀਸੀ ਕਰ ਰਹੀ ਆ। ਪੀਸੀ ਦੇ ਵਿੱਚ ਅਗਰ ਪੱਤਰਕਾਰ ਇਹਨੂੰ ਕੋਈ ਸਵਾਲ ਕਰਦੇ, ਉਹਨਾਂ ਦਾ ਜਵਾਬ ਉਹ ਫਿਰ ਉੱਥੇ ਉਹਨਾਂ ਨੂੰ ਬਿਲਕੁਲ ਡਾਂਟਦੀ ਆ, ਉਹਨਾਂ ਦੇ ਗਲ ਪੈਣ ਨੂੰ ਫਿਰਦੀ ਆ। ਕੀ ਹੈ ਕਿ ਉਹ ਚਾਹੁੰਦੀ ਹੈ ਕਿ ਜੋ ਮੇਰੇ ਮਤਲਬ ਦੇ ਸਵਾਲ ਨੇ ਉਹ ਮੈਨੂੰ ਕੀਤੇ ਜਾਣ, ਉਹਦਾ ਮੈਨੂੰ ਮਾਈਲੇਜ ਮਿਲੇ, ਉਹਦਾ ਮੈਨੂੰ ਫਾਇਦਾ ਮਿਲੇ, ਮੈਨੂੰ ਉਹ ਸਿੰਪਥੀ ਗੇਨ ਕਰਦੀ। ਉਹ ਬੀਬੀ ਵੱਲੋਂ ਤੇ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਹੈ, ਤੁਹਾਡੇ ਵੱਲੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪ੍ਰੈਸ ਕਾਨਫਰੰਸ ਕਰ ਜਵਾਬ ਦਿੱਤੇ ਜਾਣਗੇ? ਕੋਈ ਲੋੜ ਕੀ ਅਗਲਾ ਸਟੈਪ ਕੀ ਹੈ? ਨਹੀਂ, ਸਾਨੂੰ ਇਹਦੀ ਕੋਈ ਜ਼ਰੂਰਤ ਨਹੀਂ ਹੈ। ਵੇਖੋ, ਅਸੀਂ ਹਰ ਇੱਕ ਬੰਦੇ ਦੇ ਸਵਾਲਾਂ ਦੇ ਜਵਾਬ ਦੇਣ ਲੱਗੇ ਤੇ ਬਹੁਤ ਕੰਮ ਖਰਾਬ ਹੋ ਜਾਣਾ ਵਾ। ਨਾਲੇ ਉਹਦਾ ਲੈਵਲ ਜਿਹੜਾ ਨਾ ਉਹ ਥੱਲੇ ਡਾਊਨ ਆ। ਜੇ ਅਸੀਂ ਉਹਦੇ ਸਵਾਲਾਂ ਦੇ ਜਵਾਬ, ਫਿਰ ਤੋਂ ਜੋ ਉਹ ਚਾਹੁੰਦੀ ਕੀ ਹੈ, ਉਹ ਇਹੋ ਚਾਹੁੰਦੀ ਹੈ ਕਿ ਇਹ ਸਾਹਮਣੇ ਆਉਣ, ਮੈਨੂੰ ਆਨਸਰ ਕਰਨ ਤੇ ਮੇਰੀ ਇੱਕ ਇਮੇਜ ਬਣ ਜਾਏ, ਔਰ ਫਿਰ ਮੈਂ ਅੱਗੇ ਵੀਡੀਓ ਜੋ ਵੀ ਪਾਵਾਂ ਕਰਾਂ, ਮੇਰੀ ਵਿਊ ਮੈਨੂੰ ਪੈਸੇ ਮਿਲਣ, ਇਹੋ ਚੀਜ਼ਾਂ ਚਾਹੁੰਦੀ। ਜਾਂ ਇਹ ਮੈਨੂੰ ਪੈਸੇ ਦੇਣ, ਮਤਲਬ ਉਹਦੀ ਡਿਮਾਂਡ ਮੰਗਿਆ ਉਹਦੀ ਵੀ ਮੈਂ ਪੈਸੇ ਮੰਗਾ ਉਹਦਾ। ਨਹੀਂ ਤੇ ਕੀ ਪ੍ਰੋਬਲਮ ਆ ਜੀ? ਤੂੰ ਆ ਕੇ ਦੂਜੇ ਧਰਮ ਦੇ ਵਿੱਚੋਂ ਆਣ ਕੇ ਤੂੰ ਸਾਡੇ ਧਰਮ 'ਤੇ ਟੀਕਾ ਟਿੱਪਣੀ ਕਰਦੀ ਆ। ਸਿਰਫ ਬਾਈਬਲ ਨੂੰ ਪੜ੍ਹ ਲੈਣਾ। ਹੁਣ ਇੱਥੇ ਮੇਰੇ ਕਈ ਭਰਾ ਸਰਦਾਰ ਜਿਹੜੇ ਕੋਈ ਹਿੰਦੂ ਨੇ, ਸੱਜਣ ਮੇਲੇ ਨੇ, ਉਹ ਮੇਰੇ ਕੋਲ ਕਈ ਵਾਰੀ ਮੰਗਦੇ ਆ ਬਾਈਬਲ ਦੇ ਸਾਨੂੰ, ਅਸੀਂ ਵੇਖੀ ਕੀ ਹੈਗਾ, ਪੜ੍ਹਦੇ ਆ ਉਹ। ਜੇ ਉਹ ਪੜ੍ਹ ਲਿਆ ਵਾ ਜਾਂ ਸਟੱਡੀ ਕਰ ਰਿਹਾ, ਦਾ ਮਤਲਬ ਇਹ ਥੋੜ੍ਹਾ ਕਿ ਉਹ ਸਾਡੇ ਨੂੰ ਟਿੱਕਾ ਟਿੱਪਣੀ ਕਰਨਾ ਸ਼ੁਰੂ ਕਰ ਦੇਣਗੇ। ਹੈ ਤਾਂ ਉਹ ਆਪਣੇ ਧਰਮ ਦੇ ਵਿੱਚ ਹੀ ਆ। ਉਹ ਕਹਿੰਦੀ ਮੈਂ ਅੱਜ ਵੀ ਵਨੀਤ ਕੌਰ ਆ, ਮੇਰਾ ਖੂਨ ਸਿੱਖ ਆ। ਤੇਰਾ ਮਤਲਬ ਹੀ ਨਹੀਂ ਬਣਦਾ ਕਿ ਤੂੰ ਸਾਡੇ ਧਰਮ ਦੇ ਉੱਤੇ ਜਾਂ ਸਾਡੇ ਧਰਮ ਪ੍ਰਚਾਰਕਾਂ ਦੇ ਉੱਤੇ ਕੋਈ ਕਿਸੇ ਕਿਸਮ ਦਾ ਕੁਐਸਚਨ ਕਰੇ।
ਤੇ ਤੂੰ ਜਾਂ ਤੇ ਬਪਤਿਸਮਾ ਲਿਆ ਹੋਵੇ ਜਾਂ ਤੂੰ ਪਾਸਟਰ ਆ, ਤੂੰ ਮਤਲਬ ਪ੍ਰਚਾਰ ਕਰਦੀ ਪਈ ਆ, ਤੇ ਫਿਰ ਤੂੰ ਸਾਡੇ ਨਾਲ ਗੱਲ ਕਰ ਨਾ, ਫਿਰ ਤੂੰ ਸਾਡੇ ਪ੍ਰਚਾਰ ਦੀਆਂ ਗੱਲਾਂ ਦੇ ਉੱਤੇ ਟਿੱਕਾ ਟਿੱਪਣੀ ਕਰ। ਹੁਣ ਕੇਕ ਦੀ ਗੱਲ ਕਰਦੀ ਆ ਵੀ ਇਹਨਾਂ ਨੇ 2018-19 ਦੇ ਵਿੱਚ ਕਹਿੰਦੀ ਕੇਕ ਕੱਟਿਆ ਬਾਈਬਲ ਬਣਾ ਕੇ। ਇਹ ਜਿਹੜੀ ਪ੍ਰੈਕਟਿਸ ਆ, ਠੀਕ ਹੈ, ਪੰਜਾਬ ਦੇ ਵਿੱਚ ਨਹੀਂ ਹੈਗੀ, ਭਾਰਤ 'ਚ ਨਹੀਂ ਹੈਗੀ, ਲੇਕਿਨ ਫੋਰਨ ਕੰਟਰੀ ਦੇ ਵਿੱਚ ਬਾਈਬਲ ਦਾ ਇੱਕ ਸ਼ੇਪ ਬਣਾ ਕੇ ਉੱਤੇ ਬਾਈਬਲ ਲਿਖ ਦਿੱਤੀ ਜਾਂਦੀ, ਉਹਨੂੰ ਕੱਟਿਆ ਜਾਂਦਾ, ਕੇਕ ਬਣਾਇਆ ਜਾਂਦਾ। ਉਹੀ ਉਸੇ ਆਧਾਰਿਤ, ਕਿਉਂਕਿ ਅਪੋਸਟਲ ਜੀ ਫੋਰਨ 'ਚ ਬਹੁਤ ਜਾਂਦੇ ਆ, ਉਹਨਾਂ ਦੇ ਗੁਰੂ ਜਿਹੜੇ ਉਹ ਵੀ ਫੋਰਨ ਦੇ ਸੀਗੇ, ਉਹਨਾਂ ਦੇ ਸਪਿਰਚੁਅਲ ਫਾਦਰ, ਉਹਨਾਂ ਨੇ ਉਸੇ ਆਧਾਰਿਤ ਇੱਥੇ ਚਲੋ ਮੇਰੇ ਵਰਗੇ ਕੁਛ ਲੋਕਾਂ ਨੇ ਫੜ ਕੇ ਉਹਨਾਂ ਕਹੇ ਲਓ ਜੀ ਆ ਕੇਕ ਕ੍ਰਿਸਮਸ ਦੇ ਉੱਤੇ ਕੇਕ ਕਟਾ ਦਿੱਤਾ। ਉਸ ਵਕਤ ਪੰਜਾਬ ਦੀਆਂ ਜਿਹੜੀਆਂ ਸਾਡੀਆਂ ਈਸਾਈ ਭਰਾਤਰੀ ਜਥੇਬੰਦੀਆਂ ਸੀ, ਉਹਨਾਂ ਨੇ ਜਲੰਧਰ ਦੇ ਵਿੱਚ ਧਰਨਾ ਲਾਇਆ 4 ਦਿਨ, ਔਰ ਧਰਨਾ ਇਹਨਾਂ ਦੇ ਖਿਲਾਫ ਲਾਇਆ ਵੀ ਪਰਚਾ ਦਰਜ ਕੀਤਾ ਜਾਵੇ। ਉਦੋਂ ਤਾਂ ਨਾ ਇਹ ਸੀ ਨਾ ਕੋਈ ਹੋਰ ਲੋਕ ਸੀਗੇ, ਸਾਡੀਆਂ ਜਥੇਬੰਦੀਆਂ ਨੇ ਇਹ ਪਰਚਾ ਉੱਥੇ ਧਰਨਾ ਦਿੱਤਾ। ਉੱਥੇ ਫਿਰ ਜਿਹੜੀ ਗੱਲਬਾਤ ਹੋਈ ਆਪਸ ਵਿੱਚ ਚਰਚ ਮੈਨੇਜਮੈਂਟ ਨਾਲ, ਉਸ ਵਕਤ ਦੀ ਜਿਹੜੀ ਚਰਚ ਮੈਨੇਜਮੈਂਟ ਸੀ ਉਹਦੇ ਨਾਲ, ਤੇ ਇਹ ਹੋਈ ਵੀ ਠੀਕ ਆ, ਇਹ ਜਿਹੜਾ ਕੰਮ ਆ ਇਹ ਅੱਗੇ ਤੋਂ ਆਪਾਂ ਨਹੀਂ ਕਰਾਂਗੇ, ਇਹਨੂੰ ਆਪਾਂ ਇੱਥੇ ਸਮੇਟ ਦਿੰਦੇ ਹਾਂ। ਉਹਨਾਂ ਨੇ ਇਹ ਕਿਹਾ ਸੀ ਵੀ ਇਹ ਸਾਡੇ ਦੇਸ਼ ਦਾ ਜਿਹੜਾ ਵਾਤਾਵਰਨ ਨਹੀਂ ਹੈ ਕਿ ਤੁਸੀਂ ਇੱਦਾਂ ਕੁਛ ਕਰੋ, ਅਤੇ ਉਹ ਚੀਜ਼ ਉੱਥੇ ਖਤਮ ਹੋ ਗਈ ਸੀਗੀ। ਔਰ ਉਹ ਚੀਜ਼ਾਂ ਜਿਹੜੀਆਂ ਮਤਲਬ ਇਹ ਨਹੀਂ ਕਿ ਇੱਕ ਬੰਦਾ ਸੀ, ਉੱਥੇ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਨੇ, ਜਿਹੜੇ ਸਾਡੇ ਕੌਮ ਦੇ ਧਾਰਮਿਕ ਆਗੂ ਸੀ ਜਾਂ ਕੌਮ ਦੇ ਸਾਡੇ ਰਾਜਨੀਤਿਕ ਆਗੂ ਸੀ, ਉਹਨਾਂ ਨੇ ਉਹ ਗੱਲ ਉੱਥੇ ਖਤਮ ਹੋ ਗਈ। ਔਰ ਇਹ ਅੱਜ ਉਸ ਚੀਜ਼ ਦਾ ਜਿਹੜਾ ਵਾ ਮੁੱਦਾ ਚੁੱਕ ਰਹੇ, ਕਿਉਂਕਿ ਇਹਨਾਂ ਨੂੰ ਪੈਸੇ ਨਹੀਂ ਮਿਲੇ, ਜੋ ਇਹ ਮੰਗ ਰਹੇ ਸੀ ਪੈਸੇ ਨਹੀਂ ਮਿਲੇ, ਤਾਂ ਇਹ ਚੀਜ਼ਾਂ ਜਿਹੜੀਆਂ ਉਹ ਕ੍ਰੀਏਟ ਕੀਤੀਆਂ ਜਾ ਰਹੀਆਂ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਈਸਾਈ ਭਾਈਚਾਰੇ ਦੇ ਸੂਬਾ ਆਗੂ ਵਲੈਤ ਮਸੀਹ ਬੰਡੀ ਜੀ, ਜਿਨ੍ਹਾਂ ਨੇ ਪਿਛਲੇ ਦਿਨੀ ਇੱਕ ਔਰਤ ਵੱਲੋਂ ਜੋ ਗੰਭੀਰ ਇਲਜ਼ਾਮ ਅੰਕੁਰ ਨਰੂਲਾ ਜੀ ਤੇ ਲਗਾਏ ਗਏ ਸਨ, ਉਹਨਾਂ ਨੂੰ ਲੈ ਕੇ ਇਹਨਾਂ ਵੱਲੋਂ ਵਿਸਥਾਰਪੂਰਵਕ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਗਈ ਹੈ। ਤੁਸੀਂ ਇਵੇਂ ਹੀ ਜੁੜੇ ਰਹੋ ਸਾਡੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ JP ਸਨੋਤਰਾ ਦੇ ਨਾਲ ਪ੍ਰਦੀਪ ਅਰੋੜਾ।